ਵੈਲਕਮ ਮਾਈ ਡੀਅਰ ਸਟੂਡੈਂਟਸ, ਕਿਵੇਂ ਹੋ ਬੇਟਾ ਸਾਰੇ। ਆਪਾਂ ਅੱਜ ਇਸ ਵੀਡੀਓ ਦੇ ਵਿੱਚ ਤੁਹਾਡੀ ਐਕਸਰਸਾਈਜ਼ 11.1 ਨੂੰ ਕੰਪਲੀਟ ਕਰਾਂਗੇ। ਪਿਛਲੀ ਵੀਡੀਓ ਦੇ ਵਿੱਚ ਬੇਟਾ ਆਪਾਂ 6 ਕੁਐਸਚਨਸ ਕਰ ਲਏ ਸੀ। ਇਸ ਵੀਡੀਓ ਦੇ ਵਿੱਚ ਆਪਾਂ ਸਟਾਰਟ ਕਰਦੇ ਹਾਂ 7th ਕੁਐਸਚਨ। ਅ ਡੋਰ ਆਫ ਲੈਂਥ 2.5 ਮੀਟਰ ਐਂਡ ਬ੍ਰੈਡਥ 1.5 ਮੀਟਰ ਇਜ਼ ਫਿਟਡ ਇਨ ਅ ਵਾਲ। ਦੇਖੋ ਬੇਟਾ ਇਹਦੀ ਫਿਗਰ ਵੀ ਬਣਾਈ ਹੋਈ ਹੈ। ਇੱਕ ਕੰਧ ਹੈ ਜਿਹਦੇ ਵਿੱਚ 2.5 ਮੀਟਰ ਲੈਂਥ ਵਾਲਾ ਤੇ 1.5 ਮੀਟਰ ਬ੍ਰੈਡਥ ਵਾਲਾ ਇਹ ਡੋਰ ਫਿਕਸ ਕੀਤਾ ਗਿਆ। ਠੀਕ ਹੈ। ਦ ਲੈਂਥ ਆਫ ਵਾਲ, ਜਿਹੜੀ ਵਾਲ ਹੈ ਉਹਦੀ ਲੈਂਥ ਕਿੰਨੀ ਹੈ 9 ਮੀਟਰ ਤੇ ਉਹਦੀ ਬ੍ਰੈਡਥ ਕਿੰਨੀ ਹੈ 6 ਮੀਟਰ। ਸਾਰਾ ਕੁਝ ਮੀਟਰ 'ਚ ਹੀ ਹੈ ਨਾ, ਯੂਨਿਟ ਦੀ ਕੋਈ ਫਰਕ ਨਹੀਂ ਹੈਗਾ। ਤੋ ਫਾਈਂਡ ਦਾ ਕਾਸਟ ਆਫ ਪੇਂਟਿੰਗ ਦਾ ਵਾਲ। ਕਹਿੰਦੇ ਇਸ ਵਾਲ ਨੂੰ ਆਪਾਂ ਪੇਂਟ ਕਰਨਾ ਹੈ, ਉਹਦੀ ਕਾਸਟ ਖਰਚਾ ਕਿੰਨਾ ਹੋਊਗਾ। ਇਫ ਦਾ ਰੇਟ ਆਫ ਪੇਂਟਿੰਗ ਦਾ ਵਾਲ ਇਜ਼ ₹30 ਪਰ ਮੀਟਰ ਸਕੇਅਰ। ਕਹਿੰਦੇ ਜੇ ਰੇਟ 1 ਮੀਟਰ ਸਕੇਅਰ ਦਾ 30 ਰੁਪਏ ਹੋਵੇ ਤਾਂ ਸਭ ਤੋਂ ਪਹਿਲਾਂ ਬੇਟਾ ਤੁਸੀਂ ਇਹਦੇ ਵਿੱਚ ਪਤਾ ਕੀ ਕਰਨਾ ਹੈ। ਹੁਣ ਆਪਾਂ ਵਾਲ ਦੇ ਉੱਪਰ ਪੇਂਟ ਕਿੱਥੇ ਕਿੱਥੇ ਕਰਾਂਗੇ, ਇਸ ਦਰਵਾਜ਼ੇ ਨੂੰ ਛੱਡ ਕੇ। ਹਾਂਜੀ, ਦਰਵਾਜ਼ੇ ਨੂੰ ਛੱਡ ਕੇ ਜੋ ਵੀ ਬਾਕੀ ਬਚੇਗਾ ਕੰਧ ਦਾ ਹਿੱਸਾ, ਉਸ 'ਤੇ ਆਪਾਂ ਪੇਂਟ ਕਰਨਾ। ਠੀਕ ਹੈ। ਤਾਂ ਹੁਣ ਤੁਹਾਨੂੰ ਗੱਲ ਸਮਝ ਆ ਗਈ। ਪਹਿਲਾਂ ਆਪਾਂ ਇੱਥੇ ਏਰੀਆ ਕੱਢਾਂਗੇ ਟੂ ਬੀ ਪੇਂਟਡ, ਜਿਹਨੂੰ ਪੇਂਟ ਕੀਤਾ ਜਾਣਾ। ਤਾਂ ਇਹ ਕਿਵੇਂ ਪਤਾ ਲੱਗੂਗਾ। ਏਰੀਆ ਆਫ ਵਾਲ, ਸਾਰੀ ਕੰਧ ਦਾ ਏਰੀਆ ਕੱਢੋ, ਉਹਦੇ ਵਿੱਚੋਂ ਏਰੀਆ ਆਫ ਡੋਰ ਘਟਾ ਦਿਓ। ਠੀਕ ਹੈ। ਆਪਾਂ ਇੱਥੇ ਕੀ ਲਿਖਾਂਗੇ ਇੰਗਲਿਸ਼ ਪੰਜਾਬੀ ਦੇ ਵਿੱਚ, ਪੇਂਟ ਕੀਤੇ ਜਾਣ ਵਾਲੇ ਭਾਗ ਦਾ ਖੇਤਰਫਲ। ਜੋ ਖੇਤਰਫਲ ਪੇਂਟ ਕੀਤਾ ਜਾਣਾ ਉਹ ਕਿਵੇਂ ਪਤਾ ਲੱਗੂਗਾ। ਸਾਰੀ ਕੰਧ ਦਾ ਖੇਤਰਫਲ ਮਾਈਨਸ ਦਰਵਾਜ਼ੇ ਦਾ ਖੇਤਰਫਲ। ਠੀਕ ਹੈ ਬੇਟਾ। ਤਾਂ ਕੰਧ ਕਿੰਨੀ ਸੀ, ਕੰਧ ਹੈਗੀ ਸੀ ਆਪਣੇ ਕੋਲੇ 9 ਤੇ 6, 9 ਗੁਣਾ 6। ਠੀਕ ਹੈ। ਲੰਬਾਈ ਗੁਣਾ ਚੌੜਾਈ। ਤੇ ਜਿਹੜਾ ਦਰਵਾਜ਼ਾ ਸੀਗਾ ਉਹ 2.5 ਗੁਣਾ 1.5। ਤੇ ਜਿਹੜਾ ਆਨਸਰ ਆਊਗਾ ਮੀਟਰ ਸਕੇਅਰ ਦੇ ਵਿੱਚ ਆਊਗਾ। ਠੀਕ ਹੈ। 9 6 54 ਮਾਈਨਸ, ਹੁਣ 25 ਨੂੰ 15 ਨਾਲ ਗੁਣਾ ਕਰੋ। 5 5 25 ਹਸਲ 2, 5 ਦੂਣੀ 10, 10 ਤੇ 2 12, 1 5 5 ਤੇ 1 ਦੂਣੀ 2। ਤਾਂ ਇੱਥੇ ਆਨਸਰ ਆ ਜਾਊਗਾ ਬੇਟਾ 375। ਤੇ ਆਪਣਾ ਜਿਹੜਾ ਪੁਆਇੰਟ ਹੈ ਉਹ 2 ਅੱਖਰਾਂ ਬਾਅਦ ਹੈ, ਤਾਂ ਆਪਾਂ ਆਨਸਰ ਦੇ ਵਿੱਚ ਵੀ 2 ਅੱਖਰਾਂ ਬਾਅਦ ਪੁਆਇੰਟ ਪਾ ਦਾਂਗੇ। ਠੀਕ ਹੈ। ਇੰਨੇ ਮੀਟਰ ਸਕੇਅਰ ਹੋ ਜਾਣਗੇ। ਹੁਣ ਆਪਾਂ ਨੇ 54 ਦੇ ਵਿੱਚੋਂ ਬੇਟਾ 3.75 ਮਾਈਨਸ ਕਰਨਾ ਹੈ, ਤਾਂ ਉਹਦੇ ਵਿੱਚ ਪੂਰਾ ਕਿੰਨਾ ਹੈ 3.75 ਕੀ ਹੈ ਹਿੱਸਾ, ਉਹਦਾ ਅਧੂਰਾ ਹਿੱਸਾ। ਠੀਕ ਹੈ। ਤਾਂ ਇਹਦੇ ਵਿੱਚ ਵੀ ਆਪਾਂ ਪੁਆਇੰਟ ਪਾ ਕੇ ਜ਼ੀਰੋਆਂ ਪਾਵਾਂਗੇ, ਫੇਰ ਘਟਾਓ ਹੋਊਗਾ। ਤਾਂ 10 ਚੋਂ 5 ਗਏ 5, ਇੱਥੋਂ ਹਾਸਲ ਲਿੱਤਾ ਨਾ। 9 ਚੋਂ 7 ਗਏ 2, ਇੱਥੇ 3 ਰਹਿ ਗਏ। 3 ਚੋਂ 3 ਗਏ 0 5। ਠੀਕ ਹੈ। ਤਾਂ ਪੂਰਾ ਜਿਹੜੇ ਹਿੱਸਾ ਆਪਾਂ ਨੇ ਪੇਂਟ ਕਰਨਾ ਉਹ ਆ ਗਿਆ 50.25 ਮੀਟਰ ਸਕੇਅਰ। ਹੁਣ ਆਪਾਂ ਕੀ ਕੱਢਣੀ ਹੈ ਕਾਸਟ, ਕਾਸਟ ਆਫ ਪੇਂਟਿੰਗ। ਤਾਂ 1 ਮੀਟਰ ਸਕੇਅਰ ਦੇ ਲੱਗਦੇ ਨੇ ਬੇਟਾ 30 ਰੁਪਏ। ਤੁਹਾਡੇ ਮੀਟਰ ਸਕੇਅਰ ਕਿੰਨੇ ਆਏ ਨੇ 50.25। ਤਾਂ ਉਹਦੇ ਨਾਲ ਗੁਣਾ ਕਰ ਦਿਓ, ਆਪਣੇ ਕੋਲੇ ਆਨਸਰ ਆ ਜਾਏਗਾ। ਠੀਕ ਹੈ। ਹੁਣ ਆਪਾਂ ਇਹਨੂੰ ਗੁਣਾ ਕਰਦੇ ਹਾਂ। ਤੇ ਜਦੋਂ ਇਹਨੂੰ ਗੁਣਾ ਕਰਾਂਗੇ ਬੇਟਾ ਇਹ ਆਨਸਰ ਆਊਗਾ 1507.50 ਰੁਪਏ। ਠੀਕ ਹੈ ਜੀ। ਸਵਾਲ ਸਮਝ ਆ ਗਿਆ। ਤਾਂ ਪੂਰੀ ਕੰਧ ਤੇ ਪੇਂਟ ਨਹੀਂ ਕਰਨਾ ਸੀ, ਦਰਵਾਜ਼ੇ ਨੂੰ ਆਪਾਂ ਛੱਡਣਾ ਸੀ। ਇਸ ਕਰਕੇ ਆਪਾਂ ਫਾਰਮੂਲਾ ਹੀ ਇਸ ਢੰਗ ਨਾਲ ਬਣਾ ਲਿਆ ਕਿ ਜੋ ਏਰੀਆ ਪੇਂਟ ਕੀਤਾ ਜਾਣਾ ਹੈ ਤਾਂ ਏਰੀਆ ਆਫ ਵਾਲ ਦੇ ਵਿੱਚੋਂ ਏਰੀਆ ਆਫ ਡੋਰ ਘਟਾ ਦੇਣਾ। ਕੰਧ ਦੇ ਖੇਤਰਫਲ ਦੇ ਵਿੱਚੋਂ ਦਰਵਾਜ਼ੇ ਦਾ ਖੇਤਰਫਲ ਘਟਾ ਦੇਣਾ। ਤੁਹਾਡੇ ਕੋਲ ਜਦੋਂ ਏਰੀਆ ਆ ਜਾਊਗਾ ਫਿਰ ਉਸ ਤੋਂ ਬਾਅਦ ਕੀ ਪਤਾ ਕਰਨੀ ਹੈ ਕਾਸਟ। ਠੀਕ ਹੈ ਬੇਟਾ। ਆਪਾਂ ਹੁਣ ਕਰਦੇ ਹਾਂ ਇਸ ਤੋਂ ਨੈਕਸਟ ਕੁਐਸਚਨ। ਹਾਂਜੀ ਬੇਟੇ, ਨੈਕਸਟ ਕੁਐਸਚਨ ਦੇਖੋ 8th। ਇਹਦੇ ਵਿੱਚ ਹੈ ਦਾ ਡੋਰ ਆਫ ਡਾਇਮੈਂਸ਼ਨਸ 3 ਮੀਟਰ ਇੰਟੂ 2 ਮੀਟਰ ਐਂਡ ਏ ਵਿੰਡੋ ਆਫ ਡਾਇਮੈਂਸ਼ਨ 2.5 ਮੀਟਰ ਇੰਟੂ 1.5 ਮੀਟਰ ਇਜ਼ ਫਿਟਡ ਇਨ ਏ ਵਾਲ। ਤਾਂ ਇੱਕ ਆਪਣੇ ਕੋਲੇ ਕੰਧ ਹੈ ਬੇਟਾ,
ਉਹਦੇ ਵਿੱਚ ਇੱਕ ਡੋਰ ਵੀ ਲਗਾਇਆ ਗਿਆ ਤੇ ਇੱਕ ਵਿੰਡੋ ਵੀ ਲਗਾਈ ਗਈ ਹੈ। ਦੋਨਾਂ ਦੀਆਂ ਆਪਾਂ ਨੂੰ ਦੇਤੀਆਂ ਲੈਂਥ ਬ੍ਰੈਡਥ ਦੋਨੋਂ ਦੇਤੀਆਂ, ਠੀਕ ਹੈ। ਦ ਲੈਂਥ ਆਫ ਦਾ ਵਾਲ ਇਜ਼ 7.8। ਦੇਖੋ ਵਾਲ ਦੀ ਲੈਂਥ ਵੀ ਦੇਤੀ ਆਪਾਂ ਨੂੰ ਤੇ ਵਾਲ ਦੀ ਵਿਡਥ ਵੀ ਦੇਤੀ। ਤਾਂ ਇਹਨੂੰ ਕੋਸਟ ਆਫ ਪੇਂਟਿੰਗ ਦਾ ਵਾਲ, ਆਪਾਂ ਇਸ ਕੰਧ ਨੂੰ ਪੇਂਟ ਕਰਨ ਦਾ ਖਰਚਾ ਕੱਢਣਾ ਹੈ। ਇਫ ਦਾ ਰੇਟ ਆਫ ਪੇਂਟਿੰਗ ਦਾ ਵਾਲ ਇਜ਼ ₹25 ਪਰ ਮੀਟਰ ਸਕੁਅਰ। ਜੇ 1 ਮੀਟਰ ਸਕੁਅਰ ਦੇ 25 ਰੁਪਏ ਲੱਗਦੇ ਹੋਣ ਤਾਂ ਕੁਐਸਚਨ ਬੇਟਾ ਇਹ 7ਵੇਂ ਵਰਗਾ ਹੀ ਹੈ। ਫਾਰਮੂਲਾ ਲਿਖ ਲਓ ਪਹਿਲਾਂ, ਪੇਂਟ ਕੀਤੇ ਭਾਗ ਦਾ ਖੇਤਰਫਲ। ਇੰਗਲਿਸ਼ 'ਚ ਲਿਖ ਲਓ ਬੇਟਾ, ਮੇਰੇ ਨਾਲ ਹੀ ਲਿਖ ਲਓ ਕਿਉਂਕਿ ਮੇਰੇ ਕੋਲ ਸਕਰੀਨ ਛੋਟੀ ਹੈ। ਏਰੀਆ ਟੂ ਬੀ ਪੇਂਟਡ, ਤਾਂ ਇੱਥੇ ਆਊਗਾ ਕੰਧ ਦਾ ਖੇਤਰਫਲ ਮਾਈਨਸ ਦਰਵਾਜ਼ੇ ਦਾ ਖੇਤਰਫਲ ਮਾਈਨਸ ਖਿੜਕੀ ਦਾ ਖੇਤਰਫਲ, ਠੀਕ ਹੈ। ਪਰ ਤੁਸੀਂ ਇੰਗਲਿਸ਼ ਦੇ ਵਿੱਚ ਲਿਖੋ ਏਰੀਆ ਆਫ ਵਾਲ ਮਾਈਨਸ ਏਰੀਆ ਆਫ ਡੋਰ ਮਾਈਨਸ ਏਰੀਆ ਆਫ ਵਿੰਡੋ। ਤਾਂ ਪਹਿਲਾਂ ਤੁਸੀਂ ਕੰਧ ਦਾ ਖੇਤਰਫਲ ਲਿਖੋਗੇ, ਉਹ ਹੈਗਾ 7.8 ਗੁਣਾ 3.9 ਲੰਬਾਈ ਗੁਣਾ ਚੌੜਾਈ। ਦਰਵਾਜ਼ਾ ਹੈਗਾ ਬੇਟਾ 2 ਗੁਣਾ 3, ਠੀਕ ਹੈ। ਤੇ ਮਾਈਨਸ ਜਿਹੜੀ ਖਿੜਕੀ ਹੈ ਉਹ ਹੈਗੀ ਹੈ 2.5 ਗੁਣਾ 1.5, 2.5 ਗੁਣਾ 1.5। ਕਲੀਅਰ ਹੈ ਜੀ ਸਕਰੀਨ ਤੇ? ਹਾਂਜੀ, ਹੁਣ ਆਪਾਂ ਇਸ ਨੂੰ ਗੁਣਾ ਕਰਦੇ ਹਾਂ। 7.8 ਨੂੰ ਜਦੋਂ ਆਪਾਂ 3.9 ਦੇ ਨਾਲ ਗੁਣਾ ਕਰਾਂਗੇ ਤਾਂ ਇਹਦਾ ਆਨਸਰ ਆ ਜਾਊਗਾ 30.42। 3 ਦੂਣੀ 6, 2.5 ਨੂੰ 1.5 ਦੇ ਨਾਲ ਗੁਣਾ ਕਰਾਂਗੇ, ਇਹ ਆਊਗਾ 3.75। ਤਾਂ ਸਭ ਤੋਂ ਪਹਿਲਾਂ ਬੇਟਾ ਆਪਾਂ 30.42 ਦੇ ਵਿੱਚੋਂ 6 ਘਟਾਉਣਾ। ਤਾਂ 6 ਕਿਵੇਂ ਘਟਾਉਂਗੇ? 6 ਪੁਆਇੰਟ ਦਾ ਕੋਈ ਨਹੀਂ ਹੈਗਾ ਇਹਦੇ ਨਾਲ, ਤਾਂ ਆਪਾਂ ਪੁਆਇੰਟ ਪਾ ਕੇ ਜ਼ੀਰੋਆਂ ਪਾ ਲਾਂਗੇ। ਇਹਨੂੰ ਘਟਾਓ 2 4। ਹੁਣ ਇੱਥੋਂ ਹਸਲ ਲਾਉਂਗੇ, 2 ਰਹਿ ਗਏ, ਇੱਥੇ ਆ ਗਿਆ ਆਪਣੇ ਕੋਲੇ 10, 10 ਚੋਂ 6 ਗਏ, 4 ਇੱਥੇ ਆ ਗਿਆ 2। ਹੁਣ ਇਸ ਚੋਂ ਆਪਾਂ ਘਟਾਉਣਾ ਹੈ 3.75। ਇੱਥੇ ਆ ਜਾਊਗਾ ਦੇਖੋ 12 ਚੋਂ 5 ਗਏ 7, 13 ਚੋਂ 7 ਗਏ 6, ਇੱਥੋਂ ਹੀ ਹਸਲ ਲਿੱਤਾ ਸੀ 3 ਚੋਂ 3 ਗਏ 0 2। ਤਾਂ ਆਪਣੇ ਕੋਲੇ ਆਨਸਰ ਰਹਿ ਗਿਆ 20.67 ਮੀਟਰ ਸਕੁਅਰ। ਹੁਣ ਆਪਾਂ ਲਿਖਾਂਗੇ ਇਹਨਾਂ ਦੀ ਕੋਸਟ। ਤਾਂ ਕੋਸਟ ਆਫ ਪੇਂਟਿੰਗ ਦੇਖੋ, ਜਿਹੜਾ 1 ਮੀਟਰ ਸਕੁਅਰ ਦਾ ਖਰਚਾ ਹੈ ਉਹ ਇਹ ਕਿੰਨਾ ਕਹਿ ਰਿਹਾ ਸੀ 25 ਰੁਪਏ ਹੈ। ਤਾਂ ਆਪਣੇ ਕੋਲ ਜਿੰਨੇ ਮੀਟਰ ਸਕੁਅਰ ਆਏ ਨੇ ਉਹਨੂੰ 25 ਨਾਲ ਮਲਟੀਪਲਾਈ ਕਰ ਦਿਓ। ਜਦੋਂ ਇਹਨੂੰ 25 ਨਾਲ ਮਲਟੀਪਲਾਈ ਕਰਾਂਗੇ ਬੇਟਾ ਇਹ ਆਨਸਰ ਆ ਜਾਊਗਾ 516.75 ਰੁਪਏ। ਠੀਕ ਹੈ ਜੀ, ਕੁਐਸਚਨ ਸਮਝ ਆ ਗਿਆ? ਸੇਮ ਉਸੇ ਢੰਗ ਦਾ ਸੀ, ਆਪਾਂ ਖਿੜਕੀ ਤੇ ਪੇਂਟ ਨਹੀਂ ਕਰਾਂਗੇ, ਆਪਾਂ ਦਰਵਾਜ਼ੇ ਤੇ ਪੇਂਟ ਨਹੀਂ ਕਰਾਂਗੇ, ਕੰਧ ਦੇ ਉਸ ਹਿੱਸੇ ਤੇ ਪੇਂਟ ਕਰਾਂਗੇ ਜਿਸ ਤੇ ਕੰਧ ਤੇ ਖਿੜਕੀ ਨਹੀਂ ਹੈਗੀ, ਮਤਲਬ ਉਹਨੂੰ ਘਟਾ ਦੇਣਾ। ਠੀਕ ਹੈ ਬੇਟਾ, ਸਮਝ ਆ ਗਿਆ? ਨੈਕਸਟ ਕੁਐਸਚਨ। ਹਾਂਜੀ ਬੇਟਾ, ਜਿਹੜਾ ਇਹ ਨੈਕਸਟ ਕੁਐਸਚਨ ਹੈ ਇਹਦੇ ਵਿੱਚ ਆਪਾਂ ਨੂੰ ਕੀ ਕਰਨਾ ਪੈਣਾ ਹੈ? ਫਿਗਰ ਨੂੰ ਤੋੜਨਾ ਪੈਣਾ। ਪਹਿਲੀ ਗੱਲ ਤਾਂ ਉਹਨੇ ਏਰੀਆ ਵੀ ਪੁੱਛਿਆ ਤੇ ਪੈਰੀਮੀਟਰ ਵੀ ਪੁੱਛਿਆ, ਠੀਕ ਹੈ। ਤਾਂ ਪਹਿਲਾਂ ਆਪਾਂ ਇਹਦਾ ਪੈਰੀਮੀਟਰ ਫਾਈਂਡ ਕਰ ਲੈਂਦੇ ਹਾਂ। ਪੈਰੀਮੀਟਰ ਮਤਲਬ ਪਰਿਮਾਪ। ਪਰਿਮਾਪ ਕੀ ਹੁੰਦਾ ਹੈ? ਜਿੰਨੀਆਂ ਵੀ ਸਾਈਡਾਂ ਦਿੱਤੀਆਂ ਹੋਈਆਂ ਸਭ ਦਾ ਜੋੜ ਕਰਨਾ। ਤਾਂ ਚਲੋ ਆਪਾਂ ਇਹਨੂੰ ਜੋੜ ਕਰਨਾ ਸ਼ੁਰੂ ਕਰਦੇ ਹਾਂ। ਇੱਥੋਂ ਸ਼ੁਰੂ ਕਰਾਂਗੇ, ਠੀਕ ਹੈ। ਯਾਦ ਰੱਖਣਾ ਵੀ ਕਿਹੜੀ ਸਾਈਡ ਅਸੀਂ ਲਿਖ ਲਈ ਤੇ ਕਿਹੜੀ ਰਹਿ ਗਈ। 9 + 10 + 3.5 + 5 + 2 + 3 + 3.5 ਤੇ +2। ਸਾਰੀਆਂ ਸਾਈਡਸ ਆਪਾਂ ਲਿਖ ਲਈਆਂ। ਹੁਣ ਇਹਨਾਂ ਨੂੰ ਜੋੜੋ। ਤਾਂ ਜਿਹੜੇ ਪੁਆਇੰਟ ਵਾਲੇ ਨੇ ਉਹਨਾਂ ਨੂੰ ਹਲੇ ਛੱਡ ਲਓ, ਜਿਹੜੇ ਪੂਰੇ ਨੇ ਉਹਨਾਂ ਨੂੰ ਜੋੜਦੇ ਆ। 9 ਤੇ 10 19, 19 ਦੇ ਵਿੱਚ 5 ਜੋੜਾਂਗੇ 24 ਤੇ 2 26 ਤੇ 3 29 ਤੇ 2 31। ਹੁਣ ਰਹਿ ਗਏ 2, ਇਹ 3.5 3.5, ਉਹ ਕਿੰਨੇ ਬਣ ਜਾਣਗੇ 7। ਤਾਂ 31 ਦੇ ਵਿੱਚ 7 ਜੋੜੋਗੇ ਬੇਟਾ, ਇਹ ਆਨਸਰ ਆਊਗਾ 38 ਸੈਂਟੀਮੀਟਰ। ਤਾਂ ਪਰਿਮਾਪ ਤਾਂ ਕੱਢਣਾ ਸੌਖਾ ਹੀ ਸੀ ਨਾ। ਹੁਣ ਜਿਹੜਾ ਸੈਕਿੰਡ ਕੰਮ ਹੈ ਆਪਣੇ ਕੋਲੇ ਏਰੀਏ ਦਾ, ਖੇਤਰਫਲ ਦਾ, ਤਾਂ ਉਹਦੇ ਲਈ ਆਪਾਂ ਨੂੰ ਇਸ ਫਿਗਰ ਨੂੰ, ਕਿਉਂਕਿ ਇਸ ਤਰ੍ਹਾਂ ਦੀ ਫਿਗਰ ਤਾਂ ਆਪਾਂ ਦੇਖੀ ਨਹੀਂ, ਕੋਈ ਫਾਰਮੂਲਾ ਯਾਦ ਨਹੀਂ ਕੀਤਾ, ਤਾਂ ਇਸ ਫਿਗਰ ਨੂੰ ਆਪਾਂ ਨੂੰ ਕਈ ਫਿਗਰਸ ਦੇ ਵਿੱਚ ਤੋੜਨਾ ਪਊਗਾ। ਜਾਂ ਤਾਂ ਆਇਤਾਂ ਬਣਾਉਣੀਆਂ ਪੈਣਗੀਆਂ ਜਾਂ ਵਰਗ ਬਣਾਉਣੇ ਪੈਣਗੇ।
ਤਾਂ ਦੇਖੋ ਬੇਟਾ, ਸਭ ਤੋਂ ਪਹਿਲਾਂ ਆਪਾਂ ਇਸ ਲਾਈਨ ਨੂੰ ਇੱਥੇ ਜੁਆਇਨ ਕਰਦੇ ਹਾਂ। ਤਾਂ ਜੇ ਹੁਣ ਹੇਠਲੀ ਸਾਰੀ 10 ਸੀਗੀ ਤਾਂ ਇੰਨਾ ਹਿੱਸਾ ਤਾਂ ਇਹਨੇ ਪਹਿਲਾਂ ਹੀ 5 ਕਹਿਤਾ, ਤਾਂ ਇੱਥੇ ਕਿੰਨੀ ਰਹਿ ਗਈ, ਇੱਧਰੋਂ ਵੀ 5। ਠੀਕ ਹੈ, ਹੁਣ ਆਪਾਂ ਇਸੇ ਹਿਸਾਬ ਨਾਲ ਇੱਥੋਂ ਵੀ ਜੋੜਾਂਗੇ। ਜੇ ਹੁਣ ਇਹ ਦੇਖੋ ਇੱਧਰੋਂ 3 ਸੀ, ਪੂਰੀ 5 ਹੈ, ਤਾਂ ਇੱਧਰੋਂ ਕਿੰਨੀ ਰਹਿ ਜੂਗੀ, ਇਹ 2। ਹੁਣ ਇੱਧਰੋਂ ਜਿਹੜੀ 9 ਸੈਂਟੀਮੀਟਰ ਸੀ ਬੇਟਾ, ਉਹਦੇ ਵਿੱਚੋਂ 3.5 ਤਾਂ ਉਰੇ ਆ ਗਈ, 2 ਇਹ ਸਾਹਮਣੇ ਦੇਖੋ, ਇਹਦੇ ਸਾਹਮਣੇ 2 ਇੱਥੋਂ ਹੋ ਜੂਗੀ, ਤਾਂ ਇਹਦੇ ਸਾਹਮਣੇ 3.5 ਇਹ ਇੱਥੇ ਹੋ ਜੂਗੀ। ਇਹਨਾਂ ਨੂੰ ਜੋੜ ਕੇ ਦੇਖੋ ਵੀ ਕੀ ਇਹ 9 ਬਣ ਗਏ, 3.5 3.5 7, 7 ਦੇ ਵਿੱਚ 2 ਜੋੜਾਂਗੇ 9। ਹਾਂਜੀ, ਇਹ 9 ਬਣ ਗਈ। ਤਾਂ ਆਪਾਂ ਫਿਗਰ ਨੂੰ ਤੋੜ ਲਿਆ। ਹੁਣ ਇਹਨੂੰ ਆਪਾਂ ਸੋਲਵ ਕਰਦੇ ਹਾਂ। ਤਾਂ ਏਰੀਆ, ਸਭ ਤੋਂ ਪਹਿਲਾਂ ਇਸ ਆਇਤ ਦਾ ਏਰੀਆ ਕਿੰਨਾ ਹੋਊਗਾ, ਲੰਬਾਈ ਹੈਗੀ ਹੈ 10, ਚੌੜਾਈ ਹੈਗੀ ਹੈ 3.5। ਤਾਂ ਇੱਥੇ ਆ ਜਾਊਗਾ 10 ਗੁਣਾ 3.5 ਪਲੱਸ, ਹੁਣ ਇਸ ਵਾਲੀ ਦਾ ਦੇਖੋ, ਲੰਬਾਈ ਹੈਗੀ ਹੈ 5, ਚੌੜਾਈ ਹੈਗੀ ਹੈ 2, ਤਾਂ 5 ਗੁਣਾ 2 ਪਲੱਸ ਤੀਸਰੀ ਵਾਲੀ ਦਾ ਲੈਂਥ 2, ਬ੍ਰੈਡਥ ਕਿੰਨੀ ਦਿਖ ਰਹੀ ਹੈ 3.5। ਚਲੋ ਜੀ ਬਸ ਗੁਣਾ ਕਰ ਲਓ ਤੇ ਫਿਰ ਜਿਹੜਾ ਆਨਸਰ ਆਊਗਾ ਉਹਨਾਂ ਨੂੰ ਜੋੜ ਲਾਂਗੇ। 3.5 ਨੂੰ ਜਦੋਂ 10 ਨਾਲ ਗੁਣਾ ਕਰੋਗੇ ਇਹ ਕੀ ਬਣੂਗਾ, 35। ਕਿਵੇਂ 35 ਬਣ ਗਿਆ, ਦੇਖੋ 3.5 ਨੂੰ 10 ਨਾਲ ਗੁਣਾ ਕੀਤਾ ਤਾਂ ਆਪਣਾ 350 ਆਇਆ। 1 ਤੋਂ ਬਾਅਦ ਪੁਆਇੰਟ ਹੈ, ਆਪਾਂ ਵੀ 1 ਤੋਂ ਬਾਅਦ ਪੁਆਇੰਟ ਲਗਾਵਾਂਗੇ, ਪਿਛਲੀ 0 ਛੱਡ ਦਾਂਗੇ। ਕਿੰਨਾ ਆਨਸਰ ਆ ਜਾਊਗਾ, 35। 5 ਦੂਣੀ 10। ਹੁਣ 35 ਦੂਣਾ ਕਿੰਨਾ ਹੁੰਦਾ ਹੈ, 35 ਦੂਣਾ ਹੁੰਦਾ 70। 1 ਤੋਂ ਬਾਅਦ ਪੁਆਇੰਟ ਹੈ, ਆਪਾਂ ਵੀ 1 ਤੋਂ ਬਾਅਦ ਪੁਆਇੰਟ ਰੱਖਾਂਗੇ, ਪਿਛਲੀ 0 ਕੱਟ ਜੂਗੀ, ਕਿੰਨਾ ਰਹਿ ਜੂਗਾ 7। ਇਹਨਾਂ ਨੂੰ ਜੋੜ ਲਓ, 7 ਤੇ 5 ਹੋ ਗਏ 12, ਹਸਲ 1, 3 ਤੇ 2 ਹੋ ਗਏ 5। ਇਹਦਾ ਆਨਸਰ ਆ ਜਾਊਗਾ 52 ਸੈਂਟੀਮੀਟਰ ਸਕੁਅਰ। ਠੀਕ ਹੈ ਬੇਟੇ, ਸਮਝ ਆ ਗਿਆ ਇਹ ਕੁਐਸਚਨ ਤੁਹਾਨੂੰ। ਫਿਗਰ ਨੂੰ ਵਰਗਾਂ ਜਾਂ ਆਇਤਾਂ ਦੇ ਵਿੱਚ ਤੋੜੋ, ਜਿਸ ਹਿਸਾਬ ਨਾਲ ਵੀ ਉਹ ਟੁੱਟ ਰਹੇ ਨੇ ਤੁਹਾਨੂੰ ਆਸਾਨੀ ਨਾਲ ਉਹਨਾਂ ਦੀਆਂ ਭੁਜਾਵਾਂ ਸਾਈਡਸ ਪਤਾ ਲੱਗ ਰਹੀਆਂ ਨੇ, ਉਵੇਂ ਤੋੜ ਲਓ, ਫਿਰ ਉਹਦੇ ਆਨਸਰ ਲਿਖ ਲਓ। ਠੀਕ ਹੈ ਜੀ, ਨੈਕਸਟ ਫਿਗਰ ਦੇਖਦੇ ਹਾਂ। ਹਾਂਜੀ, ਅਗਲੀ ਫਿਗਰ ਦੇ ਵਿੱਚ ਦੇਖੋ ਬੇਟਾ, ਪਹਿਲਾਂ ਆਪਾਂ ਕੱਢਣਾ ਇਹਦਾ ਪਰਿਮਾਪ, ਪੈਰੀਮੀਟਰ। ਪੈਰੀਮੀਟਰ ਦੇ ਵਿੱਚ ਆਪਾਂ ਸਾਈਡਾਂ ਜੋੜਨੀਆਂ ਨੇ। ਦੇਖੋ ਪੂਰੀ ਸਾਈਡ ਕਿਹੜੀ ਹੈ, 8 ਤੇ 5। ਠੀਕ ਹੈ, ਇਹਨੂੰ ਤਾਂ ਆਪਾਂ ਪਹਿਲਾਂ ਸਾਈਡ ਤੇ ਰੱਖ ਲੈਂਦੇ ਹਾਂ। 8 ਤੇ 5 ਹੋ ਗਏ 13। ਪਹਿਲਾਂ ਸਾਰੀਆਂ ਸਾਈਡਾਂ ਲਿਖ ਲਓ। 8 ਤੇ 5 ਪੂਰੇ ਸੀਗੇ, ਇਹ ਲਿਖ ਲਿਆ, ਇਹ ਲਿਖ ਲਿਆ। ਉਸ ਤੋਂ ਨੈਕਸਟ ਹੈਗਾ ਦੇਖੋ 1.5 ਪਲੱਸ ਇੱਧਰਲੀ ਸਾਈਡ ਆਹ ਵਾਲੀ ਕਿੰਨੀ ਹੋ ਜੂਗੀ, ਇਹ 3.5। ਕਿਵੇਂ ਹੋ ਜੂਗੀ, ਦੇਖੋ ਟੋਟਲ 5 ਹੈ, 5 ਦੇ ਵਿੱਚੋਂ ਇੰਨਾ ਕੁ ਹਿੱਸਾ 1.5 ਘਟ ਗਿਆ, ਤੁਹਾਡੇ ਕੋਲ ਇੰਨੀ ਕੁ ਸਾਈਡ ਕਿੰਨੀ ਰਹਿ ਗਈ, 3.5। ਠੀਕ ਹੈ ਜੀ, ਨੈਕਸਟ ਪਲੱਸ ਕਰੋਗੇ 2.5 ਆਹ ਵਾਲੀ ਸਾਈਡ, ਫਿਰ 1.5, ਫਿਰ ਇੱਧਰ ਨੂੰ 1.5 ਸੈਂਟੀਮੀਟਰ, ਤਾਂ ਆਪਾਂ ਨਾਲ ਨਾ ਹੀ ਲਿਖੀਏ ਹੈ ਨਾ, ਫਿਰ ਕਨਫਿਊਜ਼ਨ ਹੁੰਦੀ ਹੈ। 1.5 ਸੀ, ਫਿਰ 1.5, ਉਸ ਤੋਂ ਬਾਅਦ ਇੱਧਰੋਂ ਵੀ 1.5 ਵੀ ਹੋਊਗਾ, ਫਿਰ ਨਿਚਲੇ ਪਾਸੇ ਨੂੰ 2.5 ਹੈ, ਫਿਰ ਪਲੱਸ 1.5 ਹੈ। ਦੁਬਾਰਾ ਇੱਕ ਵਾਰ ਟੈਲੀ ਕਰੋ ਵੀ ਆਪਾਂ ਸਾਰੀਆਂ ਸਾਈਡਸ ਲਿਖ ਲਈਆਂ। 1 2 3 4 5 6 7 8 9 10, ਦੇਖੋ 10 ਲਿਖ ਲਈਆਂ। ਠੀਕ ਹੈ ਜੀ, ਹੁਣ ਇਹਨੂੰ ਆਪਾਂ ਜੋੜਨਾ ਸ਼ੁਰੂ ਕਰਦੇ ਹਾਂ। 8 5 13 ਤਾਂ ਜੋੜ ਹੀ ਲਓ ਕਿਉਂਕਿ ਉਹ ਪੂਰਾ। ਠੀਕ ਹੈ, ਹੁਣ ਆਹ 1.5 ਇਹਨੂੰ ਕਿੰਨਾ ਗਿਣੋਗੇ, 3। ਇਸ ਹਿਸਾਬ ਨਾਲ ਜੋੜੋ ਕਿ ਤੁਹਾਡਾ ਜੋੜ ਸੌਖਾ ਰਹੇ, ਤੁਸੀਂ ਪੁਆਇੰਟਾਂ ਦੇ ਵਿੱਚ ਨਾ ਉਲਝੋ। ਆਹ ਵੀ 1.5 ਕਿੰਨਾ ਹੋ ਗਿਆ, 3। ਹੁਣ 3.5 ਦੇਖੋ 3.5 ਰਹਿ ਗਿਆ, 2.5 2.5 ਤਾਂ 5 ਕਰ ਲੈਂਦੇ ਹਾਂ, 2.5 ਕਿੰਨੇ ਹੋ ਗਏ, 5। ਤਾਂ ਹੁਣ ਤੁਹਾਡੇ ਕੋਲ ਰਹਿ ਗਏ 3.5 ਤੇ 1.5, ਇਹਨੂੰ ਜੋੜੋਗੇ ਇਹ ਬਣ ਜਾਣਗੇ ਪੂਰੇ 5। ਜੋੜ ਲਓ ਬਸ ਇਹਨਾਂ ਨੂੰ। ਹੁਣ 13 ਤੇ 3 16, 16 ਦੇ ਵਿੱਚ 3 ਜੋੜਾਂਗੇ 19, 19 ਦੇ ਵਿੱਚ 10 ਜੋੜਾਂਗੇ 29, ਤੇ ਆ ਜਾਊਗਾ 29 ਸੈਂਟੀਮੀਟਰ। ਜੋੜ ਨੂੰ ਬੇਟਾ ਆਪਾਂ ਸੌਖੇ ਤਰੀਕੇ ਨਾਲ ਕਰਨਾ, ਪੁਆਇੰਟਾਂ 'ਚ ਉਲਝਣਾ ਨਹੀਂ। ਠੀਕ ਹੈ, ਤਾਂ ਜਿਹੜੇ ਆਪਾਂ ਨੂੰ ਆਪਣੀ ਮਾਤ ਭਾਸ਼ਾ ਦੇ ਵਿੱਚ ਪਤਾ ਹੈ ਕਿ ਹਾਂਜੀ 1.5 3 ਬੋਲਦੇ ਹਾਂ, ਤਾਂ ਆਪਾਂ ਉੱਥੇ ਇਹਨੂੰ ਯੂਜ਼ ਕਰੋ। ਠੀਕ ਹੈ, ਤਾਂ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਨੂੰ 2.5 ਪਲੱਸ 2.5 ਉਹਨੂੰ ਲਿਖਦੇ ਰਹੀਏ, ਫਿਰ ਜੋੜ ਕਰਦੇ ਰਹੀਏ, ਫਿਰ ਗਲਤ ਕਰ ਲਈਏ। ਆਪਾਂ ਨੂੰ ਪਤਾ ਹੈ ਕਿ 2.5
5 ਹੁੰਦੇ ਆ। ਠੀਕ ਹੈ, ਤਾਂ ਉਸ ਹਿਸਾਬ ਨਾਲ ਆਪਣੇ ਕਾਊਂਟਿੰਗ ਨੂੰ ਸੌਖਾ ਕਰੋ ਤਾਂ ਕਿ ਟਾਈਮ ਵੀ ਘੱਟ ਤੋਂ ਘੱਟ ਲੱਗੇ। ਤਾਂ ਇਹਦਾ ਪੈਰੀਮੀਟਰ ਆ ਗਿਆ ਬੇਟਾ 29 ਸੈਂਟੀਮੀਟਰ। ਹੁਣ ਆਪਾਂ ਪਤਾ ਕਰਨਾ ਇਹਦਾ ਏਰੀਆ। ਖੇਤਰਫਲ, ਤਾਂ ਖੇਤਰਫਲ ਦੇ ਵਿੱਚ ਦੇਖੋ ਮੈंने ਇਹਨੂੰ ਫਿਗਰ ਨੂੰ ਤੋੜ ਲਿਆ। ਠੀਕ ਹੈ, ਮੈंने ਸਿੱਧੀ ਲਾਈਨ ਇੱਕ ਪਿੰਕ ਵਾਲੀ ਡਰਾ ਕਰਤੀ, ਤਾਂ ਉਹ ਪਿੰਕ ਵਾਲੀ ਲਾਈਨ ਦੇ ਨਾਲ ਇੱਕ ਤਾਂ ਇੱਥੇ ਆਇਤ ਬਣ ਗਈ, ਉਹਦੀ ਲੈਂਥ ਕਿੰਨੀ ਹੈ 8 ਤੇ ਉਹਦੀ ਬ੍ਰੈਡਥ ਕਿੰਨੀ ਹੈ 1.5। ਠੀਕ ਹੈ, ਤੇ ਇੱਕ ਆਇਤ ਆਪਾਂ ਨੇ ਇੱਥੇ ਬਣਾ ਲਈ। ਹੁਣ ਪੂਰੀ ਸਾਈਡ ਕਿੰਨੀ ਸੀ 5, ਆਹ ਸਾਈਡ ਜਿੰਨੀ ਹੈ ਉਹਦੇ ਸਾਹਮਣੇ ਵੀ ਓਨੀ ਹੀ ਸਾਈਡ ਹੋਊਗੀ ਨਾ 1.5, ਪੂਰੀ 5 ਹੈ, 1.5 ਆਪਾਂ ਨੂੰ ਪਤਾ ਲੱਗ ਗਿਆ। ਤਾਂ ਜੋ ਰੈਸਟ ਰਹਿ ਗਿਆ ਉਹ ਕਿੰਨਾ ਹੋਊਗਾ, ਆਹ 3.5 ਜਿਹੜਾ ਕਿ ਮੈਂ ਲਿਖਿਆ ਹੋਇਆ। ਬਾਕੀ ਸਾਰੀਆਂ ਸਾਈਡਸ ਆਪਾਂ ਨੂੰ ਪਤਾ ਨੇ। ਤਾਂ ਖੇਤਰਫਲ ਕੱਢਣਾ ਸ਼ੁਰੂ ਕਰੋ। ਪਹਿਲਾਂ ਇਸ ਆਇਤ ਦਾ ਲਿਖੋ, ਲੰਬਾਈ 8, ਚੌੜਾਈ 1.5 ਪਲੱਸ ਇਸ ਦਾ ਲਿਖਾਂਗੇ ਲੰਬਾਈ 3.5 ਚੌੜਾਈ 1.5 ਪਲੱਸ ਇਸ ਵਾਲੇ ਦਾ ਇਹ ਵਰਗ ਬਣ ਰਿਹਾ ਹੈ 1.5 ਗੁਣਾ 1.5। ਗੁਣਾ ਕਰੋ ਤੇ ਲਿਖ ਲਓ। ਹੁਣ 8 ਨੂੰ ਜਦੋਂ ਆਪਾਂ 15 ਨਾਲ ਗੁਣਾ ਕਰਾਂਗੇ 120 ਆਊਗਾ। ਤਾਂ ਆਪਣਾ ਇੱਕ ਅੱਖਰ ਤੋਂ ਬਾਅਦ ਡੈਸੀਮਲ ਹੈ, ਆਪਾਂ ਵੀ ਇੱਕ ਅੱਖਰ ਤੋਂ ਬਾਅਦ ਡੈਸੀਮਲ ਪਾਵਾਂਗੇ, ਪਿਛਲੀ 0 ਕੈਂਸਲ ਹੋ ਜਾਏਗੀ। ਕਿੰਨਾ ਆਂਸਰ ਆ ਜਾਊਗਾ ਇਹਦਾ 12। 35 ਨੂੰ 15 ਨਾਲ ਜਦੋਂ ਗੁਣਾ ਕਰਾਂਗੇ ਇਹ ਆਊਗਾ ਬੇਟਾ 525। ਆਪਣੇ ਕੋਲ ਪੁਆਇੰਟਾਂ ਤੋਂ ਬਾਅਦ 2 ਅੱਖਰ ਨੇ, ਆਪਾਂ ਵੀ 2 ਅੱਖਰਾਂ ਤੋਂ ਬਾਅਦ ਹੀ ਪੁਆਇੰਟ ਪਾਵਾਂਗੇ। 15 ਨੂੰ 15 ਨਾਲ ਗੁਣਾ ਕਰਦੇ ਹਾਂ ਤਾਂ ਇਹ ਆਉਂਦਾ ਹੁੰਦਾ 225। 2 ਅੱਖਰਾਂ ਬਾਅਦ ਪੁਆਇੰਟ ਹੈ, ਆਪਾਂ ਵੀ 2 ਅੱਖਰਾਂ ਬਾਅਦ ਪੁਆਇੰਟ ਪਾਵਾਂਗੇ। ਸਾਰਿਆਂ ਨੂੰ ਜੋੜੋ। 12 ਦੇ ਨਾਲ ਕੋਈ ਪੁਆਇੰਟ ਨਹੀਂ ਹੈਗਾ, ਪੁਆਇੰਟ ਪਾ ਕੇ ਜ਼ੀਰੋਆਂ ਲਿਖੋ। 5.25 ਤੇ 5.25, 5 5 10, ਇਹ ਤਾਂ ਆ ਗਿਆ 50। ਇੱਥੇ ਆ ਗਿਆ ਆਪਣੇ ਕੋਲੇ 5 5 10, 10 ਤੇ 2 12 ਹਾਸਲ 1 2 22.5। ਠੀਕ ਹੈ, ਮੈਂ ਹੀ ਬੇਟਾ ਇੱਥੇ ਗਲਤ ਲਿਖਿਆ ਹੋਇਆ। ਇੱਥੇ ਸੀਗਾ 5.25 ਨਹੀਂ ਸੀ, ਇੱਥੇ ਆਪਣੇ ਕੋਲ 2.25 ਸੀ। ਠੀਕ ਹੈ, ਤਾਂ ਉਹਦੇ ਨਾਲ ਜਿਹੜਾ ਆਪਣਾ ਇਹ ਆਂਸਰ ਹੈ ਇਹ ਆ ਜਾਊਗਾ 19.50 ਸੈਂਟੀਮੀਟਰ ਸੀ, ਸੈਂਟੀਮੀਟਰ ਦਾ ਸਕੁਅਰ। ਦੇਖੋ 12 ਸੀਗਾ, ਫਿਰ 5.25 ਹੈ, ਫਿਰ 2.25 ਹੈ, ਉਹ ਲਿਖਣ 'ਚ ਮਿਸਟੇਕ ਹੋ ਗਈ ਸੀ। ਹੁਣ ਇਹਨੂੰ ਜੋੜਾਂਗੇ ਤਾਂ ਇੱਥੇ ਆਏਗਾ 50, ਫਿਰ ਇਹ 5 6 7 8 9 1 ਐਵੇਂ ਲੱਗ ਜੂਗਾ 19.50 ਆਂਸਰ ਆ। ਠੀਕ ਹੈ ਬੇਟਾ, ਇਹ ਸਮਝ ਆ ਗਿਆ। ਹੁਣ ਆਪਾਂ ਕਰਨੇ ਆ MCQs। ਹਾਂਜੀ ਬੇਟਾ, MCQs ਸ਼ੁਰੂ ਕਰਦੇ ਹਾਂ। ਫਸਟ ਹੈਗਾ ਵਾਟ ਇਜ਼ ਦਾ ਏਰੀਆ ਆਫ ਰਿਕਟੈਂਗਲ ਆਫ ਡਾਇਮੈਂਸ਼ਨਸ 12 ਸੈਂਟੀਮੀਟਰ ਇੰਟੂ 10 ਸੈਂਟੀਮੀਟਰ। ਇੱਕ ਆਪਣੇ ਕੋਲੇ ਆਇਤ ਹੈ ਜਿਹਦੀ ਲੰਬਾਈ 12 ਸੈਂਟੀਮੀਟਰ ਹੈ ਤੇ ਚੌੜਾਈ 10 ਸੈਂਟੀਮੀਟਰ ਹੈ। ਕਹਿੰਦੇ ਕੀ ਹੋਊਗਾ ਇਹਦਾ ਖੇਤਰਫਲ। ਤਾਂ ਖੇਤਰਫਲ ਹੁੰਦਾ ਹੈ ਲੰਬਾਈ ਗੁਣਾ ਚੌੜਾਈ। ਜਦੋਂ ਆਪਾਂ 12 ਨੂੰ 10 ਨਾਲ ਗੁਣਾ ਕਰਾਂਗੇ ਆ ਜਾਊਗਾ 120। ਕਿਉਂਕਿ ਇਹ ਖੇਤਰਫਲ ਹੈ ਤਾਂ ਸੈਂਟੀਮੀਟਰ ਦੀ ਸਕੁਅਰ ਵੀ ਨਾਲ ਲੱਗੂਗਾ। ਤਾਂ ਕਿਹੜੀ ਆਪਸ਼ਨ ਆ ਜੂਗੀ 120 ਸੈਂਟੀਮੀਟਰ ਸਕੁਅਰ ਵਾਲੀ, ਬੀ ਆਪਸ਼ਨ। ਅਗਲਾ ਹੈਗਾ ਫਾਈਂਡ ਦਾ ਬ੍ਰੈਡਥ ਆਫ ਰਿਕਟੈਂਗਲ ਹੂਜ਼ ਲੈਂਥ ਇਜ਼ 12 ਐਂਡ ਪੈਰੀਮੀਟਰ ਇਜ਼ 36। ਤਾਂ ਬੇਟਾ ਦੇਖੋ, ਜਦੋਂ ਆਪਾਂ ਨੂੰ ਪੈਰੀਮੀਟਰ ਪਤਾ, ਪੈਰੀਮੀਟਰ ਕਿੰਨਾ ਹੈ 36, ਤਾਂ ਰਿਕਟੈਂਗਲ ਦੇ ਪੈਰੀਮੀਟਰ ਦਾ ਫਾਰਮੂਲਾ ਕੀ ਹੁੰਦਾ ਹੈ 2 ਮਲਟੀਪਲਾਈ ਲੈਂਥ ਪਲੱਸ ਬ੍ਰੈਡਥ। ਉਹ 36 ਦਿੱਤਾ ਹੋਇਆ। ਹੁਣ ਇਹਦੇ ਵਿੱਚ ਤੁਹਾਨੂੰ ਲੈਂਥ ਵੀ ਦਿੱਤੀ ਹੋਈ ਹੈ 12। ਠੀਕ ਹੈ, ਤਾਂ ਸਭ ਤੋਂ ਪਹਿਲਾਂ ਕੀ ਕਰਦੇ ਹੁੰਦੇ ਆ ਆਪਾਂ, ਜਿਹੜਾ 2 ਮਲਟੀਪਲਾਈ ਹੋ ਰਿਹਾ ਉਹਨੂੰ ਦੂਜੀ ਸਾਈਡ 'ਤੇ ਜਾ ਕੇ ਡਿਵਾਈਡ ਕਰਦੇ ਹੁੰਦੇ ਆ। ਤਾਂ ਇੱਥੇ ਆਂਸਰ ਆ ਗਿਆ ਆਪਣੇ ਕੋਲੇ ਕੱਟ ਕੇ 18। ਤਾਂ ਬ੍ਰੈਡਥ ਕਿੰਨੀ ਆਊਗੀ 18 ਦੇ ਵਿੱਚੋਂ 12 ਮਾਈਨਸ ਕਰਨੀ ਹੈ, ਕਿੰਨੀ ਬਣ ਗਈ ਬ੍ਰੈਡਥ 6 ਸੈਂਟੀਮੀਟਰ। ਕਿਹੜਾ ਆਪਸ਼ਨ ਹੈ ਆਪਣੇ ਕੋਲੇ, ਫਸਟ ਆਪਸ਼ਨ। ਠੀਕ ਹੈ ਜੀ, ਹੁਣ ਆਪਣਾ ਕਰਦੇ ਹਾਂ ਥਰਡ ਕੁਐਸਚਨ। ਇਫ ਈਚ ਸਾਈਡ ਆਫ ਸਕੁਅਰ ਇਜ਼ 1 ਮੀਟਰ ਦੈਨ ਇਟਸ ਏਰੀਆ ਇਜ਼। ਕਹਿੰਦੇ ਜੇਕਰ ਹਰੇਕ ਸਾਈਡ ਜਿਹੜੀ ਵਰਗ ਦੀ ਹੈ ਉਹ 1 ਮੀਟਰ ਹੋਵੇ, ਹਰੇਕ ਸਾਈਡ ਕਿੰਨੀ ਹੈ 1 ਮੀਟਰ, ਤਾਂ ਕਹਿੰਦੇ ਉਹਦਾ ਏਰੀਆ ਕਿੰਨਾ ਹੋਊਗਾ। ਹੁਣ ਆਪਾਂ ਨੂੰ ਪਤਾ ਹੈ ਵੀ ਜਿਹੜਾ ਵਰਗ ਹੈ ਉਹਦਾ ਖੇਤਰਫਲ ਕੀ ਹੁੰਦਾ ਹੈ, ਸਾਈਡ ਮਲਟੀਪਲਾਈ ਸਾਈਡ, ਭੁਜਾ ਗੁਣਾ ਭੁਜਾ। ਤਾਂ 1 ਮੀਟਰ ਨੂੰ ਆਪਾਂ 1 ਮੀਟਰ ਨਾਲ ਗੁਣਾ ਕਰਨੀ ਹੈ। ਠੀਕ ਹੈ, ਹੁਣ ਆਂਸਰਾਂ ਦੇ ਵਿੱਚ ਤਾਂ ਕੋਈ ਮੀਟਰ ਹੀ ਨਹੀਂ ਦਿਖ ਰਿਹਾ, ਸਾਰੇ ਸੈਂਟੀਮੀਟਰ ਲਿਖੇ ਹੋਏ ਨੇ। ਤਾਂ ਤੁਸੀਂ ਵੀ ਬੇਟਾ ਇਹਨੂੰ ਸੈਂਟੀਮੀਟਰਾਂ ਦੇ ਵਿੱਚ ਚੇਂਜ ਕਰੋ।
1 मीटर च किन्ने सेंटीमीटर होंदे ने 100, ਤਾਂ 100 ਗੁਣਾ 100 सेंटीमीटर स्केयर ਜਿਹੜਾ ਇਹਨੂੰ ਗੁਣਾ ਕਰਕੇ ਆਨਸਰ ਆਊਗਾ ਉਹੀ ਆਪਣੀ ਆਪਸ਼ਨ ਹੋਊਗੀ। ਦੇਖੋ 100 ਨੂੰ 100 ਨਾਲ ਗੁਣਾ ਕਰੋਗੇ ਕਿੰਨੀਆਂ ਜ਼ੀਰੋਜ਼ ਲੱਗ ਜਾਣਗੀਆਂ 4, ਤਾਂ 4 ਜ਼ੀਰੋਜ਼ ਨਾਲ ਸੈਂਟੀਮੀਟਰ ਸਕੁਅਰ ਵੀ ਲੱਗਣਾ। ਲੱਭੋ ਫਿਰ ਕਿਹੜੀ ਆਪਸ਼ਨ ਦੇ ਵਿੱਚ ਹੈ। ਹਾਂਜੀ ਬੇਟਾ ਇਹ ਹੈਗਾ ਤੁਹਾਡਾ ਡੀ ਆਪਸ਼ਨ। ਠੀਕ ਹੈ ਜੀ। ਅਗਲਾ ਕੁਐਸਚਨ, ਫਾइंड द ਏਰੀਆ ਆਫ ਸਕੁਅਰ ਹੂਜ਼ ਪੈਰੀਮੀਟਰ ਇਜ਼ 96 ਸੈਂਟੀਮੀਟਰ। ਕਹਿੰਦੇ ਵਰਗ ਦਾ ਖੇਤਰਫਲ ਪਤਾ ਕਰੋ ਜੇਕਰ ਉਸਦਾ ਪਰਿਮਾਪ ਕਿੰਨਾ ਦਿੱਤਾ ਹੋਇਆ ਹੈ। ਪਰਿਮਾਪ ਦਿੱਤਾ ਹੋਇਆ ਆਪਾਂ ਨੂੰ 96 ਸੈਂਟੀਮੀਟਰ। ਤਾਂ ਹੁਣ ਜਿਹੜਾ ਵਰਗ ਦਾ ਪਰਿਮਾਪ ਹੈ ਉਹਨੂੰ ਆਪਾਂ ਕੀ ਲਿਖਦੇ ਹੁੰਦੇ ਆ 4 ਗੁਣਾ ਭੁਜਾ 4 ਮਲਟੀਪਲਾਈ ਸਾਈਡ। ਤਾਂ ਪਹਿਲਾਂ ਇੱਥੋਂ ਸਾਈਡ ਕੱਢੋਗੇ ਤਾਂ ਭੁਜਾ ਕਿੰਨੀ ਆ ਗਈ 96 ਦੇ ਬਟੇ 4 ਘਟਾਓ 4 ਦੂਣੀ 8 ਚੌਕਮ ਚੌਕੀ 16। ਤਾਂ ਸਾਈਡ ਤੁਹਾਡੇ ਕੋਲ ਕਿੰਨੀ ਆ ਗਈ 24। ਹੁਣ ਤੁਸੀਂ ਕੱਢਣਾ ਕੀ ਚਾਹੁੰਦੇ ਹੋ ਏਰੀਆ ਖੇਤਰਫਲ। ਫਾਰਮੂਲਾ ਕੀ ਹੁੰਦਾ ਵਰਗ ਦੇ ਖੇਤਰਫਲ ਦਾ ਭੁਜਾ ਗੁਣਾ ਭੁਜਾ। ਤਾਂ ਤੁਸੀਂ 24 ਨੂੰ 24 ਨਾਲ ਗੁਣਾ ਕਰਨੀ ਹੈ। ਹੈਗੇ ਇਹ ਸੈਂਟੀਮੀਟਰ ਸੀ ਤਾਂ ਤੁਹਾਡਾ ਆਨਸਰ ਕਿਹਦੇ ਚ ਆਊਗਾ ਸੈਂਟੀਮੀਟਰ ਸਕੁਅਰ ਦੇ ਵਿੱਚ। 24 ਨੂੰ 24 ਨਾਲ ਗੁਣਾ ਕਰੋਗੇ ਆਨਸਰ ਆਉਂਦਾ ਹੁੰਦਾ ਬੇਟਾ 576। ਤਾਂ ਇਹਦਾ ਚੌਥੇ ਦਾ ਆਨਸਰ ਆਊਗਾ 576 ਸੈਂਟੀਮੀਟਰ ਸਕੁਅਰ ਜਿਹੜਾ ਕਿ ਹੈਗਾ ਬੱਚੇ ਆਪਸ਼ਨ ਏ। ਠੀਕ ਹੈ ਜੀ। ਇਹ ਸਮਝ ਆ ਗਿਆ। ਹੁਣ ਆਪਾਂ ਨੈਕਸਟ ਚੱਲਦੇ ਹਾਂ। ਹਾਂਜੀ ਨੈਕਸਟ ਕੁਐਸਚਨ ਹੈਗਾ ਏਰੀਆ ਦਿੱਤਾ ਹੋਇਆ ਰੈਕਟੈਂਗਲ ਦਾ, ਆਇਤ ਦਾ ਖੇਤਰਫਲ ਦਿੱਤਾ ਹੋਇਆ, ਲੈਂਥ ਵੀ ਦਿੱਤੀ ਹੋਈ ਹੈ, ਲੰਬਾਈ ਵੀ ਦਿੱਤੀ ਹੋਈ ਹੈ। ਆਪਾਂ ਕੀ ਕੱਢਣੀ ਆ ਉਹਦੀ ਬ੍ਰੈਡਥ। ਤਾਂ ਬੇਟਾ ਜਦੋਂ ਆਪਾਂ ਰੈਕਟੈਂਗਲ ਦੇ ਵਿੱਚ ਐਲ ਜਾਂ ਬੀ ਚੋਂ ਲੈਂਥ ਜਾਂ ਬ੍ਰੈਡਥ ਚੋਂ ਕੁਝ ਕੱਢਣਾ ਹੈ ਤਾਂ ਏਰੀਆ ਦੇ ਓਵਰ ਉਸ ਤੋਂ ਆਪੋਜ਼ਿਟ ਚੀਜ਼ ਡਿਵਾਈਡ ਹੋ ਜਾਂਦੀ ਹੈ। ਠੀਕ ਹੈ। ਬ੍ਰੈਡਥ ਕੱਢਣੀ ਹੈ ਤਾਂ ਏਰੀਆ ਦੇ ਬਟੇ ਲੈਂਥ ਆ ਜੂਗੀ। ਏਰੀਆ ਕਿੰਨਾ ਹੈ 500 ਤੇ ਲੈਂਥ ਕਿੰਨੀ ਹੈ 25। ਇਹਨੂੰ ਦੇਖੋ ਘਟਾਓ ਸੌਖਾ ਹੀ ਹੈ 25 ਦੂਣਾ 50 ਹੁੰਦਾ ਹੈ ਨਾ 25 ਦੂਣਾ 50। ਤਾਂ ਬ੍ਰੈਡਥ ਕਿੰਨੀ ਆ ਗਈ ਤੁਹਾਡੇ ਕੋਲੇ 20 ਸੈਂਟੀਮੀਟਰ ਜਿਹੜਾ ਕਿ ਹੈ ਆਪਸ਼ਨ ਨੰਬਰ ਸੀ। ਇਹਦੀ ਕਿਹੜੀ ਆ ਜੂਗੀ ਆਪਸ਼ਨ ਸੀ। ਤਾਂ ਬੇਟਾ ਹੁਣ ਇਸ ਤੋਂ ਅੱਗੇ ਵਟ ਹੈਪਨਸ ਟੂ ਦਾ ਏਰੀਆ ਆਫ ਸਕੁਅਰ ਇਫ ਇਟਸ ਸਾਈਡ ਇਜ਼ ਡਬਲਡ। ਹੁਣ ਆਪਾਂ ਆਪਣੇ ਹਿਸਾਬ ਨਾਲ ਇੱਕ ਸਕੁਅਰ ਲਓ ਉਹਦੀ ਸਾਈਡ 2 ਸੈਂਟੀਮੀਟਰ ਮੰਨ ਲਓ ਤੇ ਉਹਦਾ ਫਿਰ ਏਰੀਆ ਕਿੰਨਾ ਹੋ ਜਾਊਗਾ 2 ਗੁਣਾ 2 ਮਤਲਬ 4 ਸੈਂਟੀਮੀਟਰ ਸਕੁਅਰ। ਹੁਣ ਉਹਨੇ ਕਿਹਾ ਵੀ ਜੇ ਉਸ ਸਕੁਅਰ ਦੀ ਜਿਹੜੀ ਸਾਈਡ ਆ ਉਹਨੂੰ ਡਬਲ ਕਰ ਦਈਏ 2 ਦਾ ਕੀ ਬਣਾ ਦਈਏ 4। ਠੀਕ ਹੈ। ਡਬਲ ਕਰਤਾ ਨਾ ਪਹਿਲਾਂ 2 ਸੀ 2 ਨਾਲ ਉਹਨੂੰ ਡਬਲ ਕੀਤਾ ਤਾਂ ਕਿੰਨੀ ਬਣ ਗਈ 4। ਹੁਣ ਇਹਦਾ ਏਰੀਆ ਕਿੰਨਾ ਆਊਗਾ 4 ਗੁਣਾ 4 ਮਤਲਬ 16 ਸੈਂਟੀਮੀਟਰ ਸਕੁਅਰ। ਤਾਂ ਜਦੋਂ ਬੇਟਾ ਆਪਾਂ ਵਰਗ ਦੀ ਭੁਜਾ ਨੂੰ ਡਬਲ ਕੀਤਾ ਤਾਂ ਜਿਹੜਾ ਖੇਤਰਫਲ ਹੈ ਉਹ ਕਿੰਨੇ ਗੁਣਾ ਵੱਧ ਗਿਆ 4 ਨੂੰ ਕਿੰਨਾ ਕਰਕੇ 16 ਆਉਂਦਾ। ਤੁਸੀਂ ਕਹੋਗੇ 4 ਨੂੰ 4 ਨਾਲ ਗੁਣਾ ਕਰਕੇ 16 ਆਉਂਦਾ। ਤਾਂ ਜਿਹੜਾ ਖੇਤਰਫਲ ਹੈ ਬੇਟਾ ਉਹ 4 ਗੁਣਾ ਹੋ ਜਾਊਗਾ। ਤਾਂ ਆਊਗਾ ਦਾ ਏਰੀਆ ਬਿਕਮਸ 4 ਟਾਈਮਸ ਦਾ ਏਰੀਆ ਆਫ ਓਰੀਜਨਲ ਸਕੁਅਰ। ਠੀਕ ਹੈ ਬੇਟਾ ਜੀ। ਸਮਝ ਆ ਗਏ ਤੁਹਾਨੂੰ ਸਾਰੇ MCQs। ਤਾਂ ਇਹ ਸੀਗੀ ਬੇਟਾ ਆਪਣੀ ਐਕਸਰਸਾਈਜ਼ 11.1 ਜਿਹੜੀ ਕਿ ਕੰਪਲੀਟ ਹੋ ਗਈ। ਠੀਕ ਹੈ ਜੀ। ਇਹਨੂੰ ਧਿਆਨ ਨਾਲ ਦੇਖੋ। ਜਿਹੜਾ ਸਮ ਨਹੀਂ ਸਮਝ ਆਉਂਦਾ ਥੋੜੀ ਜਿਹੀ ਵੀਡੀਓ ਨੂੰ ਬੈਕ ਕਰੋ ਦੁਬਾਰਾ ਸਮ ਦੇਖ ਲਓ ਤੇ ਆਪਣੀ ਕਾਪੀਜ਼ ਤੇ ਦੁਬਾਰਾ ਸੋਲਵ ਕਰਕੇ ਦੇਖੋ। ਠੀਕ ਹੈ ਬੇਟਾ। ਬਾਏ ਬੱਚੇ।